साजिद मिठापुरी जिनको आप कॉमेडी करते देखते हैं, शवारमे का काम करते हैं, असिस्टेंट मैनेजर की जॉब्स करते रहे हैं। ਸਟਾਕ ਮਾਰਕੀਟ ਤੋਂ ਫ੍ਰੀ ਹੋ ਕੇ ਸਮੋਸੀਆਂ ਸ਼ਵਾਰਮੇ ਵੇਚਣੇ। ਮੇਰੇ ਅੱਬੂ ਜਿਹੜੇ ਸੀ ਨਾ ਉਹਨਾਂ ਨੂੰ ਕਿਸੇ ਨੇ ਦੱਸਤਾ ਕਿ ਯਾਰ ਨਾ ਮਿੱਠਾ ਮਹਿੰਦੀਆਂ ਤੇ ਜਾ ਕੇ ਡਾਂਸ ਕਰਦਾ ਵਾ, ਤੇ ਮੈਨੂੰ ਅੱਬੂ ਹੌਲੀ ਜਿਹੀ ਨੇ ਪੁੱਛਦੇ, ਕਹਿੰਦੇ ਪੁੱਤ ਜਿਹੜਾ ਰਾਤ ਨੂੰ ਮਹਿੰਦੀਆਂ ਦਾ ਕੰਮ ਕਰਦਾ ਇਹ ਚੋਂ ਕੁਝ ਆਰਾਂ ਨੇ ਇਕੱਠੇ ਵੀ ਹੁੰਦੇ, ਕਿਵੇਂ ਪੈਰ ਹੀ ਤੜਾਈ ਜਾਂਦਾ। उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियोस से बाखबर रह सकें। अस्सलाम वालेकुम नाजरीन, उर्दू पॉइंट पर खुशामदीद। मैं हूं आपका मेज़बान अली मुराद। नाजरीन, आज मेरे साथ मौजूद है साजिद मिठापुरी साहब, जिनको आप कॉमेडी करते देखते हैं, लेकिन आज इनसे बात करते हैं और जानते हैं कि ये मुख्तलिफ जॉब्स करते रहे हैं, शवारमे का काम करते रहे, असिस्टेंट मैनेजर की जॉब्स करते रहे हैं। इतना कुछ करने के बावजूद आज ये इस मुकाम पर कैसे पहुँचे हैं, अपना यूट्यूब चैनल चला रहे हैं, कितना कमा रहे हैं और ज़िंदगी में चेंजिंग कितनी ज़्यादा मेहनत करने के बाद आई। आइए इनकी कहानी जानते हैं इन्हीं की ज़ुबानी। अस्सलाम वालेकुम। वालेकुम सलाम सर क्या हाल है, ठीक हो? पहले मुझे ये बताएं कि गली मोहल्ले के साजिद मिठापुरी साहब आज पूरे पाकिस्तान में जाने जाते हैं, तो इस सफ़र का आगाज़ कैसे हुआ? ਸਰ ਸਫ਼ਰ ਦਾ ਆਗਾਜ਼ ਜਿਹੜਾ ਜੀ, ਮੈਂ ਸਟਾਰਟ ਗਲੀਆਂ ਮੁਹੱਲਿਆਂ 'ਚ ਮੇਰੇ ਦੋਸਤ ਅਹਬਾਬ ਅਸੀਂ ਮਹਿੰਦੀਆਂ ਤੇ ਵਨ ਮੈਨ ਸ਼ੋਅ ਕਰੀਦੇ ਸੀ, ਜੁਗਤਾਂ ਕਰੀਦੀਆਂ ਸੀਗੀਆਂ, ਕੋਈ ਲਤੀਫੇ ਸੁਣਾਉਣੇ, ਤੇ ਬਸ ਨਾ ਇੱਕ ਜਨੂਨ ਸੀਗਾ ਇੱਕ ਕਿ ਯਾਰ ਇੱਕ ਸਟੇਜ ਵਾਲੇ ਪਾਸੇ ਤੇ ਕਦੀ ਜ਼ੇਨ ਹੀ ਨਹੀਂ ਸੀ ਗਿਆ ਕਿ ਯਾਰ ਸਾਡਾ ਵੀ ਨਾਮ ਹੋਵੇ, ਸਾਨੂੰ ਵੀ ਕੋਈ ਜਾਣੇ, ਸਾਡੇ ਨਾਲ ਵੀ ਕੋਈ ਸੈਲਫੀ। ਉਦੋਂ ਨਵਾਂ ਸੈਲਫੀ ਟ੍ਰੈਂਡ ਚੱਲਿਆ ਸੀ ਐਂ ਕਰਕੇ, ਉਹ ਵੀ ਸਾਡੇ ਨਾਲ ਕੋਈ ਲਵੇ ਯਾਰ, ਤੇ ਬਸ ਸ਼ੌਕ ਸੀਗਾ। ਤੇ ਉਹ ਗਲੀਆਂ ਮੁਹੱਲੇ 'ਚ ਵਨ ਮੈਨ ਸ਼ੋਅ ਕਰੀਦੇ ਸੀ, ਉੱਥੋਂ ਸ਼ੌਕ ਪੈ ਗਿਆ, ਫਿਰ ਚੱਲ ਸੋ ਚੱਲ। और आपको जो सही नाम मिला है वो सज्जाद जानी साहब के जो एक शो चलता था उनका, उसमें आपका एक शो था प्रॉपर जिसमें आपकी एंट्री होती है और उसके बाद आपका जो है ना क्लिप बड़ा वायरल होता है जुगतों के हवाले से, तो वो प्री प्लान था या बस वो आप सडनली वहाँ पे पहुँचे और वो हो गया? ਦੇਖੋ ਜੀ, ਉਸਤਾਦ ਸੱਜਾਦ ਜਾਨੀ ਸਾਹਿਬ ਸਾਡੇ ਫੈਸਲਾਬਾਦ ਦੇ ਵਿੱਚ ਇੱਕ ਛੋਟਾ ਜਿਹਾ ਸਟੂਡੀਓ ਸਮਾਈਲ ਮੀਡੀਆ ਕਚਹਿਰੀ ਬਾਜ਼ਾਰ, ਉੱਥੇ ਉਹਨਾਂ ਦੀ ਮੇਰੀ ਫਸਟ ਮੁਲਾਕਾਤ ਹੋਈ ਸੀਗੀ 41 ਤੇ। ਫਿਰ ਇਹਨਾਂ ਨੇ ਮੇਰਾ ਸ਼ੋਅ ਕੀਤਾ ਔਰ ਅਲਹਮਦੁਲਿਲਾ ਬੜਾ ਵਾਇਰਲ ਹੋਇਆ, ਤੇ ਉੱਥੋਂ ਫਿਰ ਉਸਤਾਦ ਜੀ ਦੇ ਨਾਲ ਚੱਲ ਸੋ ਚੱਲੀ, ਫਿਰ ਉਹਨਾਂ ਦੀ ਸ਼ਫਕਤ, ਉਹਨਾਂ ਦਾ ਪਿਆਰ ਮੁਹੱਬਤ ਉਹ ਮੇਰੇ ਨਾਲ ਹੀ ਰਿਹਾ ਮੁਸਲਸਲ, ਔਰ ਹੁਣ ਤੱਕ ਅਲਹਮਦੁਲਿਲਾ ਮੇਰੇ ਨਾਲ ਆ ਜੀ ਉਹਨਾਂ ਦੀ ਮੁਹੱਬਤ, ਉਹਨਾਂ ਦਾ ਪਿਆਰ। अगर मैं थोड़ा सा बैकग्राउंड में जाता हूँ तो आप पहले एक फर्म में एज असिस्टेंट मैनेजर जॉब करते रहे पार्ट टाइम अपना, बस पता चल जाती हैं, तो साथ ही जो है वो आप एक जगह पे शवारमे का स्टॉल वगैरह भी लगाया करते थे, तो उन तमाम तर चीज़ों को छोड़ के बाद में इस कॉमेडी की फील्ड में आना ये कितना मुश्किल रहा? ਭਾਜੀ ਦੇਖੋ ਨਾ, ਜਦੋਂ ਮੈਂ ਸਟਾਕ ਮਾਰਕੀਟ ਦੀ ਜੌਬ ਕਰਦਾ ਸੀ ਨਾ, ਤੇ ਸਟਾਕ ਮਾਰਕੀਟ ਤੋਂ 3-3:30 ਵਜੇ ਫ੍ਰੀ ਹੋ ਕੇ ਮੈਂ ਜਾ ਕੇ ਫਿਰ ਸ਼ਵਾਰਮੇ ਵਾਲੇ ਸੈਟਅਪ 'ਤੇ ਖੜੇ ਹੋਣਾ, ਉੱਥੇ ਸਮੋਸੀਆਂ ਕੋ ਲੋਕਾਂ ਨੂੰ ਇਹ ਪਤਾ ਕਿ ਮੈਂ ਸਮੋਸੀਆਂ ਵੇਚਦਾ ਸੀ। ਸਮੋਸੀਆਂ ਮੈਂ ਕੋਈ ਬੱਸਾਂ 'ਤੇ ਲੈ ਕੇ ਨਹੀਂ ਸੀ ਚੜ੍ਹਦਾ ਵੀ ਜਾਂ ਸਕੂਲ ਦੇ ਬਾਹਰ ਸਟੈਂਡ 'ਚ ਲੈ ਕੇ ਖੜੇ ਹੋ ਜਾਣਾ, ਬਕਾਇਦਾ ਮੇਰਾ ਇੱਕ ਸੈਟਅਪ ਸੀ, ਮੇਰੀ ਇੱਕ ਸ਼ੌਪ ਸੀਗੀ। ਅਲਹਮਦੁਲਿਲਾ ਮੈਂ ਇੱਕ ਇਲਾਕਾ ਗੈਰ 'ਚ, ਯਾਨੀ ਕਿ ਮੇਰਾ ਉੱਥੇ ਕੋਈ ਸਿਸਟਮ ਨਹੀਂ ਸੀ, ਉੱਥੇ ਜਾ ਕੇ ਮੈਂ ਸੈਟਅਪ ਲਾਇਆ ਔਰ ਅੱਲਾ ਨੇ ਬੜੀ ਇੱਜ਼ਤ ਦਿੱਤੀ ਸੀ ਉੱਥੇ ਵੀ। ਤੇ ਉਹ ਜਾ ਕੇ ਫਿਰ ਰਾਤ ਨੂੰ ਸਟਾਕ ਮਾਰਕੀਟ ਤੋਂ ਫ੍ਰੀ ਹੋ ਕੇ ਸਮੋਸੀਆਂ ਸ਼ਵਾਰਮੇ ਵੇਚਣੇ, ਫਿਰ ਰਾਤ ਨੂੰ ਫ੍ਰੀ ਹੋ ਕੇ ਉਸਤਾਦ ਜੀ ਦੇ ਕੋਲ ਜਾਣਾ, ਇਸ ਤਰ੍ਹਾਂ ਹੀ 3 ਵਜੇ 4 ਵਜੇ ਫ੍ਰੀ ਹੋ ਕੇ ਘਰ ਜਾਣਾ। ਤੇ ਅੱਲਾ ਜਨਤਾ ਨਹੀਂ ਕਰਦੇ ਵੇ, ਮੇਰੇ ਅੱਬੂ ਹਯਾਤ ਹੁੰਦੇ ਸੀਗੇ, ਮੈਂ ਜਾ ਕੇ ਦਰਵਾਜ਼ਾ ਖੜਕਾਉਣਾ ਤੇ ਅੱਬੂ ਜੀ ਨੇ ਉੱਤੋਂ ਛੱਤ 'ਤੇ ਕਹਿਣਾ, ਮੈਂ ਨਹੀਂ ਖੋਲਦਾ ਬਈ ਦੋਸਤਾ, ਖਲਾ ਲਾ ਜੇ ਤੇ ਕੋਈ ਖੋਲਦੇ। ਮੈਂ ਕਿਹੜਾ ਕੋਈ ਦਰਵਾਜ਼ਾ ਖੋਲੋ, ਨਹੀਂ ਬੁਲਾ ਕਿਸੇ ਹੋਰ ਨੂੰ, ਬੁਲਾ ਕੋਈ ਸਿਫਾਰਿਸ਼ ਪਵਾ, ਅੱਜ ਨਹੀਂ ਕੁੰਡਾ ਖੋਲਣਾ ਵੀ, ਯਾਨੀ ਕਿ ਇਸ ਤਰ੍ਹਾਂ ਦਾ ਮਾਹੌਲ ਨਿਜ਼ਾਮ ਹੁੰਦਾ ਸੀਗਾ ਉਦੋਂ ਦਾ। तो जैसे आप बता रहे हैं कि घर वालों का रवैया ऐसा था, फिर ज़ाहिर सी बात है कि वो इजाज़त तो देते नहीं क्योंकि आप जो है वो कॉमेडी करें या आर्टिस्ट, ज़ाहिर सी बात है फैसलाबाद में जाना जाता है कि जुगतबाजी के हवाले से, क्योंकि आप एक जट बिरादरी से ताल्लुक़ रखते हैं, तो उनमें बड़ा एक रेयर चीज़ होती है इस चीज़ को एक्सेप्ट करना भी, तो वो कितना मुश्किल रहा घर वालों को ये चीज़ मानने के लिए? ਮੇਰੇ ਅੱਬੂ ਜਿਹੜੇ ਸੀ ਨਾ, ਉਹਨਾਂ ਨੂੰ ਕਿਸੇ ਨੇ ਦੱਸਤਾ ਕਿ ਯਾਰ ਨਾ ਮਿੱਠਾ ਮਹਿੰਦੀਆਂ 'ਤੇ ਜਾ ਕੇ ਡਾਂਸ ਕਰਦਾ ਵਾ। ਤੇ ਇੱਕ ਦਿਨ ਮੈਂ ਘਰ ਬੈਠਾ ਤੇ ਮੈਂ ਕਿਹਾ, ਮੈਂ ਮੋਬਾਈਲ 'ਤੇ ਕੋਈ ਵੀਡੀਓ ਦੇਖ ਰਿਹਾ, ਤੇ ਉਸ ਨੂਰ ਜਹਾਂ ਦਾ, ਮੈਡਮ ਨੂਰ ਜਹਾਂ ਦਾ ਗਾਣਾ ਲੱਗਾ ਸੀਗਾ, ਤੇ ਮੈਨੂੰ ਅੱਬੂ ਹੌਲੀ ਜਿਹੀ ਨੇ ਪੁੱਛਦੇ, ਕਹਿੰਦੇ ਪੁੱਤ ਜਿਹੜਾ ਰਾਤ ਨੂੰ ਮਹਿੰਦੀਆਂ 'ਤੇ ਕੰਮ ਕਰਦਾ ਇਹ 'ਚੋਂ ਕੁਝ ਆਰਾਂ ਨੇ ਇਕੱਠੇ ਵੀ ਹੁੰਦੇ, ਕਿਵੇਂ ਪੈਰ ਹੀ ਤੜਾਈ ਜਾਂਦਾ। ਮੈਂ ਕਿਹਾ ਵੀ ਮੈਂ ਤਾਂ ਜੁਗਤਾਂ ਹਾਸਾ ਮਜ਼ਾਕ, ਨਹੀਂ ਕਹਿੰਦੇ ਮੈਨੂੰ ਕਿਸੇ ਨੇ ਦੱਸਿਆ ਮੇਰਾ ਪੁੱਤ ਨੱਚਦਾ ਵੀ ਬਹੁਤ ਸੋਹਣਾ ਵਾ। ਮੈਂ ਕਿਹਾ ਹੁਣ ਤੁਹਾਨੂੰ ਕਿੱਦਾਂ ਯਕੀਨ ਦਵਾਂ? ਕਹਿੰਦੇ ਮੈਨੂੰ ਗਾਣਾ ਕਰਕੇ ਦਿਖਾ। ਮੇਰੇ ਅੱਬੂ ਜੀ ਦੇ ਨਾਲ, ਮੇਰੀ ਫੈਮਿਲੀ ਦੇ ਨਾਲ ਮੇਰਾ ਸਾਰਾ ਨਾ ਫਰੈਂਡਲੀ ਸਿਸਟਮ ਆ कि शुगल मिला जुगता। मेरे अब्बू आप बड़े फ़नी से। फिर इसको प्रॉपरली एज अ फील्ड आपने जब मीडिया इस फील्ड में आए हैं कॉमेडी की, तो घर वालों ने एक्सेप्ट कैसे किया कि लाइक अगर वो कहते हैं कि चलो यार इसको, क्योंकि ज़ाहिर सी बात है कि वीडियो सोशल मीडिया पे या डिजिटल प्लेटफॉर्म्स पे चलेगी तो आप लोग चलेंगे, आपके घर चलेंगे, तो वो सब सोच समझना या डिसीजन बनाने में कितना ज़्यादा टाइम लगा? देखो जी, इंसान का जितों घर चलता ना, गैरतमंदी वाला काम होना चाहिए वा, इज्जत वाला काम होना चाहिए। ਮੈਂ ਕਾਮੇਡੀ ਨੂੰ, ਇਸ ਫੀਲਡ ਨੂੰ ਇਹ ਸਮਝਦਾ ਕਿ, ਔਰ ਮੈਂ ਜਿੰਨਾ ਚਿਰ ਇਹ ਕਰ ਰਿਹਾ ਔਰ ਕਰਦਾ ਰਹਾਂਗਾ, ਮੈਂ ਇਸ ਕੰਮ ਨੂੰ ਇਬਾਦਤ ਸਮਝ ਕੇ ਕਰਦਾ ਕਿ ਯਾਰ ਮੇਰੇ ਇਸ ਕੰਮ ਤੋਂ ਮੇਰੇ ਘਰ ਦਾ ਰਿਜ਼ਕ ਚੱਲਦਾ, ਮੇਰੇ ਘਰ ਦਾ ਕਿਚਨ ਚੱਲਦਾ, ਮੈਂ ਆਪਣੇ ਬੱਚੇ ਇਸ ਕੰਮ ਤੋਂ ਪਾਲ ਰਿਹਾ, ਤੇ ਮੇਰੇ ਵਾਸਤੇ ਇਹ ਹਲਾਲ ਵਾ। ਰਿਸ਼ਤੇਦਾਰ ਕੁਛ ਕਹਿਣ ਜਾਂ ਕੋਈ ਅਜ਼ੀਜ਼ੋ ਕਾਰਬ ਕੁਛ ਕਹਿਣ, ਉਹਨਾਂ ਦੀ ਮੈਨੂੰ ਕਦੇ ਫਿਕਰ ਨਹੀਂ। ਮੈਨੂੰ ਫਿਕਰ ਸੀ ਕਿ ਆਪਣੇ ਅੰਮੀ ਅੱਬੂ ਦੀ, ਔਰ ਅਲਹਮਦੁਲਿਲਾ ਮੇਰੇ ਭਰਾਵਾਂ ਨੇ ਮੈਨੂੰ ਬੜਾ ਸਪੋਰਟ ਕੀਤਾ। ਜਿਹੜੇ ਮੇਰੇ ਦੋਸਤ
ਮੇਰੇ ਨਾਲ ਬਚਪਨ ਤੋਂ ਲੱਗੇ ਰਹੇ, ਮੈਨੂੰ ਮਹਿੰਦੀਆਂ 'ਤੇ ਲੈ ਕੇ ਜਾਂਦੇ ਸੀਗੇ, ਮੋਟਰਸਾਈਕਲਾਂ 'ਤੇ ਪੈਦਲ ਵੀ ਚਲੇ ਜਾਣਾ, ਵੀ ਇੰਨਾ ਸ਼ੌਕ ਸੀ ਮਹਿੰਦੀ ਦਾ। ਮੇਲਿਆਂ 'ਤੇ ਜਾ ਕੇ ਨੱਚ ਆਉਣਾ ਫਰੀ, ਵੀ ਚਾਦਰ ਕਿਸੇ ਦੀ, ਢੋਲ ਕਿਸੇ ਦਾ, ਮੁੰਡਾ ਕਿਹੜਾ ਧਮਾਲ ਪਾ ਗਿਆ, ਉਹ ਹਿਸਾਬ ਸੀ। ਵੀ ਪਤਾ ਹੀ ਨਹੀਂ ਯਾਰ ਐਨ ਲੰਘ ਗਿਆ, ਧਮਾਲ ਪਾ ਕੇ ਚਲਾ ਗਿਆ, ਉਹ ਹਿਸਾਬ ਸਾਡਾ ਸੀ ਕਿ ਯਾਰ ਕਦੀ ਟੈਨਸ਼ਨ ਨਹੀਂ ਹੋਈ, ਤੁਸੀਂ ਆਪਣਾ ਕੰਮ ਕਰੋ, ਕੰਮ ਕਰਨਾ ਚਾਹੀਦਾ। ਕਾਮੇਡੀ ਕੋਈ ਮਾੜੀ ਸ਼ੈ ਨਹੀਂ ਹੈ, ਲੋਕੀ ਹੱਸਦੇ ਵੀ ਆ, ਲੋਕੀ ਦਾਦ ਵੀ ਦਿੰਦੇ ਆ, ਲੋਕੀ ਨਜ਼ਰ ਨਿਆਜ਼ ਵੀ ਕਰਦੇ ਆ, ਮੁੜ ਕੇ ਵੀ ਕਹਿੰਦੇ ਹੁੰਦੇ ਲੈ ਦੇਖ ਯਾਰ ਹੈ ਫਿੱਕੀ ਕਰ ਗਿਆ, ਉਹ ਹਿਸਾਬ ਹੀ ਹੁੰਦਾ ਵਾ। तो मुझे ये बताएं कि जब आप ज़ाहिर सी बात है जब मोहल्ले में इधर उधर कहीं निकलते होंगे, लोग आपको प्यार करते हैं, लोग आपसे बातें करते होंगे, तो आपका तो मूड हर टाइम एक जैसा ही रहता होगा कि जो भी है बस झुकते झुकते लगा रहे हैं। ਅੱਛਾ, ਮੂਡ ਹਰ ਟਾਈਮ ਇੱਕ ਜੈਸਾ ਨਹੀਂ ਹੁੰਦਾ। ਇਹ ਆਵਾਮ ਨੂੰ ਲੱਗਦਾ ਕਿ 24 ਘੰਟੇ ਜੁਗਤਾਂ ਹੀ ਕਰਦੇ ਆ, ਲੇਕਿਨ 24 ਘੰਟੇ ਜੁਗਤਾਂ ਨਹੀਂ ਹੁੰਦੇ। ਫੈਸਲਾਬਾਦ ਦੀ ਜਿਹੜੀ ਰਹੀ ਗੱਲ, ਫੈਸਲਾਬਾਦ ਕੋਈ ਸਕ੍ਰਿਪਟਡ ਜੁਗਤ ਨਹੀਂ ਹੁੰਦੀ, ਕੋਈ ਬਕਾਇਦਾ ਪਲੈਨਿੰਗ ਨਹੀਂ ਹੁੰਦੀ। ਇੱਥੇ ਇੱਕ ਗੱਲ ਨਾਰਮਲੀ ਗੱਲ ਵਾ, ਮੈਂ ਘਰੋਂ ਨਿਕਲਿਆ, ਮੈਂ ਕਿਹਾ ਅਸਲਾਮ ਵਾਲੇਕੁਮ ਬਾਬਾ ਜੀ, ਕਹਿੰਦੇ ਵਾਲੇਕੁਮ ਸਲਾਮ। ਮੈਂ ਕਿਹਾ ਤਬੀਅਤ ਕਿੱਦਾਂ, ਤੂੰ ਦਵਾਈ ਲੈ ਕੇ ਦੇਣੀ ਆ? ਕਿ ਬਜ਼ੁਰਗਾਂ ਨੂੰ ਵੀ ਪਤਾ ਵਾ ਯਾਰ, ਵੀ ਉਹਨਾਂ ਨੇ ਕਿਹੜਾ ਹੁਣ ਕੋਈ ਜੁਗਤ ਕੀਤੀ ਆ, ਉਹਨਾਂ ਨੇ ਇੱਕ ਬਕਾਇਦਾ ਆਪਣਾ ਸਟਾਈਲ ਫੈਸਲਾਬਾਦ ਅੰਗ ਪੇਸ਼ ਕੀਤਾ ਵਾ। ਤੇ ਬਾਕੀ ਜਿਹੜੇ ਸਿਟੀ ਉਹ ਸਾਨੂੰ ਇਹ ਸਮਝਦੇ ਕਿ ਜੁਗਤਾਂ ਕਰਦੇ ਆ। आपने मुझे बताया था कि आपको माशाल्लाह से ज़ाहिर सी बात है सबको पता भी है कि इंटरनेशनल लेवल तक आपको जो है ना आपकी कॉमेडी को पसंद किया जाता है, तो कोई हाई प्रोफाइल प्रोजेक्ट की ऑफ़र हुई हो या किसी इंटरनेशनल जो आर्टिस्ट है उसकी तरफ से आपको जो है ना एप्रिसिएशन मिली हो, दाद मिली हो? ਦੇਖੋ ਜੀ, ਜਦੋਂ ਦਾ ਮੈਂ ਸੱਜਾਦ ਜਾਨੀ ਆਫੀਸ਼ੀਅਲ, ਯਾਨੀ ਕਿ ਮੇਰੇ ਉਸਤਾਦ ਸੱਜਾਦ ਜਾਨੀ ਸਾਹਿਬ, ਉਹਨਾਂ ਨਾਲ ਮੈਂ ਅਟੈਚ ਹੋਇਆ, ਮੈਨੂੰ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਲੋਕਾਂ ਨੇ ਐਪਰੀਸੀਏਸ਼ਨ ਕਹਿ ਲਓ, ਮੁਹੱਬਤ ਕਹਿ ਲਓ, ਪਿਆਰ ਕਹਿ ਲਓ, ਉਹ ਇੰਡੀਆ ਪੰਜਾਬ ਤੋਂ, ਪਾਕਿਸਤਾਨ ਪੰਜਾਬ ਤੋਂ, ਪੂਰੇ ਵਰਲਡ ਤੋਂ ਮੈਨੂੰ ਲੋਕਾਂ ਦਾ ਪਿਆਰ ਮਿਲਦਾ ਰਿਹਾ ਜੀ। ਲਖਵਿੰਦਰ ਵਡਾਲੀ ਸਾਹਿਬ ਮਾਸ਼ਾਅੱਲਾ, ਮਾਸਟਰ ਸਲੀਮ ਸਾਹਿਬ, ਕਪਲ ਸ਼ਰਮਾ ਸਾਹਿਬ, ਯੋ ਹਨੀ ਸਿੰਘ ਸਾਹਿਬ, ਰੀਸੈਂਟਲੀ ਉਸਤਾਦ ਜੀ ਉਹਨਾਂ ਨੇ ਸ਼ੋਅ ਕਰਕੇ ਦੁਬਈ, ਉਹਨਾਂ ਨੇ ਬੜਾ ਪਿਆਰ, ਬੜੀ ਮੁਹੱਬਤ, ਕੁਛ ਗਿਫਟ ਵੀ ਮਿਲੇ ਭੇਜੇ ਹਨੀ ਸਿੰਘ ਸਾਹਿਬ ਨੇ, ਅਤੇ ਬੜੀ ਯਾਨੀ ਕਿ ਇੰਡੀਆ ਪੰਜਾਬ 'ਚ ਖਸੂਸੀ ਜ਼ਿਆਦਾ। ਔਰ ਮੈਂ ਇਹ ਦੱਸਣ ਲੱਗਿਆ, ਮੇਰਾ ਨਹੀਂ ਹੁੰਦਾ ਕਿ ਯਾਰ ਹੱਕ ਦੀ ਜਿਹੜੀ ਗੱਲ ਉਹ ਕਰਨੀ ਚਾਹੀਦੀ। ਸਾਰਾ ਸਿਲਸਿਲਾ ਜੋ ਵੀ ਹੈ ਨਾ ਜੀ, ਇਹ ਮੇਰੇ ਉਸਤਾਦ ਸੱਜਾਦ ਜਾਨੀ ਸਾਹਿਬ, ਉਹਨਾਂ ਦੀ ਹੀ ਬਦੌਲਤ ਹੈ ਕਿ ਮੈਂ ਝਿਜਕੀ ਜਾਵਾਂ ਜੀ, ਨਹੀਂ, ਇਹ ਉਹਨਾਂ ਦੀ ਬਦੌਲਤ ਆ, ਔਰ ਉਹਨਾਂ ਦੀ ਬਦੌਲਤ ਹੀ ਮੇਰਾ ਪਿਆਰ ਮੁਹੱਬਤ ਜਿਹੜੀ ਲੋਕ ਮੈਨੂੰ ਕਰਦੇ ਔਰ ਕਰਦੇ ਰਹਿਣਗੇ। अपना चैनल बनाया, अपना अपने शो करने स्टार्ट किए, तो मुख्तलिफ लोगों ने कहना शुरू कर दिया कि सजाद जानी के साथ धोखा कर दिया, इसने गद्दारी कर दी, या उनका जो दिया हुआ फेम है ये उससे फ़ायदा उठा रहा है। ਨਹੀਂ ਜੀ, ਫੇਮ ਸਾਰਾ ਕੁਝ ਉਸਤਾਦ ਜੀ ਦਾ ਹੀ ਆ। ਧੋਖਾ ਇੱਕ ਪਰਸਨ ਨਹੀਂ, ਚੈਨਲ ਉਹਨਾਂ ਨੇ ਬਣਾ ਕੇ ਦਿੱਤਾ ਵਾ, ਅਤੇ ਹੋ ਸਕਦਾ ਇਹ ਇੰਟਰਵਿਊ ਉਸਤਾਦ ਜੀ ਵੀ ਦੇਖਣ, ਪੂਰੀ ਦੁਨੀਆ 'ਚ ਦੇਖਿਆ ਜਾਏਗਾ। ਅਤੇ ਅਲਹਮਦੁਲਿਲਾ ਸਾਨੂੰ ਪੂਰੀ ਦੁਨੀਆ ਪਿਆਰ ਕਰਦੀ, ਮੁਹੱਬਤ ਕਰਦੀ। ਮੈਂ ਕੋਈ ਧੋਖਾ ਨਹੀਂ, ਕੋਈ ਫਰੇਬ ਨਹੀਂ ਕੀਤਾ। ਅਤੇ ਬਸ ਇੱਕ ਥੋੜ੍ਹੀ ਜਿਹੀ ਗੱਲ, ਉਹਨਾਂ ਗਲਤ ਫਹਿਮੀਆਂ ਉਹ ਲੋਕਾਂ ਨੂੰ ਹੋ ਗਈਆਂ। ਮੈਂ ਲੋਕਾਂ ਨੂੰ ਸਮਝਾਉਣ ਦੀ ਬਜਾਏ ਨਾ ਦਿਲ ਨੂੰ ਸਮਝਾ ਲਿਆ, ਔਰ ਲੋਕਾਂ ਕੋ ਮਾफ़ी ਮੰਗਣ ਦੀ ਬਜਾਏ ਨਾ ਅੱਲਾ ਕੋ ਮੰਗਣ ਦੀ ਹੱਕਦਾਰ। ਮੈਂ ਅੱਲਾ ਕੋ ਮਾफ़ੀ ਮੰਗ ਲਓ, ਬਿਹਤਰ ਵਾ ਤੁਹਾਡੇ। ਔਰ ਉਸਤਾਦ ਜੀ ਦਾ ਮੇਰੇ ਕੋਈ ਨਹੀਂ, ਮੈਂ ਕੋਈ ਨਾ, ਉਸਤਾਦ ਜੀ ਮੇਰੇ ਨਾਲ ਨਾਰਾਜ਼ ਆ। ਹੁਣ ਵੀ ਮੈਸੇਜਾਂ ਦੀ ਗੱਲ ਹੁੰਦੀ, ਮਿਲਦਾ ਵੀ ਹੈ, ਮੁਲਾਕਾਤ ਵੀ ਹੁੰਦੀ ਹੈ, ਗੱਪਾਂ ਛੱਪਾਂ ਆਈਡੀਓ ਦਿੰਦੇ ਨੇ ਕਿ ਯਾਰ ਮੈਂ ਲਾਸਟ ਤਕਰੀਬਨ ਕੋਈ ਜਦੋਂ ਦੁਬਈ ਜਾਣ ਤੋਂ ਪਹਿਲੇ ਉਹਨਾਂ ਨੂੰ ਮਿਲਿਆ, ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਕੰਮ ਕਰ, ਇਸ ਤਰ੍ਹਾਂ ਕਰ, ਇਸ ਤਰ੍ਹਾਂ ਕਰ। ਲੇਕਿਨ ਹੁਣ ਲੋਕ ਇਕੱਲੇ ਲੋਕ ਬੰਦੇ ਦੇ ਘਰ ਜਾ ਕੇ ਤੁਸੀਂ ਕੂੜਾ ਖੜਕਾ ਕੇ ਭਾਜੀ ਮੈਂ ਧੋਖਾ ਨਹੀਂ ਕੀਤਾ, ਇੱਦਾਂ ਤਾਂ ਨਹੀਂ ਨਾ ਕਹਿ ਸਕਦੇ ਹੁਣ ਤੁਸੀਂ। पहले वाली ज़िंदगी में और ज़िंदगी में कितना फ़र्क है? ਪਹਿਲੇ ਵਾਲੀ ਜ਼ਿੰਦਗੀ ਯਾਰ ਭਾਜੀ ਉਹ ਵੀ ਸਹੀ ਸੀ, ਆ ਵੀ ਸਹੀ ਆ। मैं मनी के हिसाब से भी बात कर रहा हूँ कि पहले कितना अर्न हो जाता था और अब कितना हो जाता है। ਜਾਂਦਾ ਮੇਰਾ ਭਰਾ ਕੋਈ ਹਿਸਾਬ ਕਿਤਾਬ ਨਾ ਕਰ ਜੀ, ਮੁੜ ਕੇ ਮੇਰੇ ਕੋਲ 8-10 ਹਜ਼ਾਰ ਰੁਪਏ ਮੰਗ ਲਵੇ, ਤੇਰੇ ਕੇ ਮੁੜ ਕੇ ਸਾਈਡ ਤੋਂ ਮੈਸੇਜ ਕਰਦੇ ਹੁੰਦੇ, ਮਿੱਠਾ ਭਾਈ ਬਿੱਲ ਆਇਆ ਹੋਇਆ ਵਾ, ਮਿੱਠਾ ਭਾਈ ਰਾਸ਼ਨ ਲਿਆਉਣ ਵਾਲਾ, ਉਹ ਫਿਰ ਮੈਨੂੰ ਹੈਲਪ ਕਰਨੀ ਪੈਂਦੀ ਆ। मनी के हिसाब से भाई पहले भी ठीक था, अब भी ठीक है। शुक्र अल्हम्दुलिल्लाह, हर हाल जो अल्लाह ज़्यादा शुक्र है, शुक्र अल्हम्दुलिल्लाह।